Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਗੌੜੀ ਮਹਿਲਾ ਪੰਜਵਾਂ। तुझ बिन कवन हमारा मेरे प्रीतम प्राण आधारा रहाओ। हे मेरे प्रीतम परमात्मा, हे मेरी जिंद दे आसरे परमात्मा, तेरे तो बिना साडा कौन है। तुझ बिन कवन हमारा, अंतर की बिद तुम ही जानी, तुम ही सज्जन सुहेले। गुरु जी उस परमात्मा नू कह रहे हैं कि तू ही मेरा सहज मित्र है, तू ही मेरा सज्जन है ਤੇ ਮੇਰੇ ਅੰਦਰ ਦੀ ਵਿਦ ਤੂੰ ਹੀ ਜਾਣਦਾ ਹੈ। ਮੇਰੇ ਦਿਲ ਦੀ ਗੱਲ ਤੂੰ ਹੀ ਜਾਣਦਾ ਹੈ। ਤੈਨੂੰ ਸਭ ਪਤਾ ਹੈ ਮੇਰੇ ਅੰਦਰ ਕੀ ਚੱਲ ਰਿਹਾ ਹੈ। ਤੇਰੇ ਤੋਂ ਕੁਝ ਵੀ ਲੁਕਿਆ ਨਹੀਂ। ਸਰਬ ਸੁੱਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗੈ ਅਤੋਲੇ। ਕਿ ਹੇ ਮੇਰੇ ਅਥਾਹ ਤੇ ਅਡੋਲ ਪਰਮਾਤਮਾ, ਮੇਰੇ ਠਾਕੁਰ, ਮੇਰੇ ਮਾਲਕ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸੁੱਖ ਹਾਸਲ ਕੀਤੇ ਨੇ ਉਹ ਸਾਰੇ ਦੇ ਸਾਰੇ ਤੇਰੇ ਤੋਂ ਹੀ ਪਾਏ ਨੇ। ਵਰਨ ਨਾ ਸਾਕਉ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਅਗਮ ਅਗੋਚਰ ਪ੍ਰਭ ਅਵਿਨਾਸੀ, ਪੂਰੇ ਗੁਰ ਤੇ ਜਾਤੇ। ਵਰਨ ਤੋਂ ਭਾਵ ਬਿਆਨ ਕਰ ਸਕਣਾ। ਗੁਰੂ ਜੀ ਕਹਿੰਦੇ ਕਿ ਮੈਂ ਤੇਰੇ ਰੰਗਾਂ ਨੂੰ ਬਿਆਨ ਨਹੀਂ ਕਰ ਸਕਦਾ। ਵਰਨ ਨਾ ਸਾਕਉ ਤੁਮਰੇ ਰੰਗਾ, ਤੇਰੇ ਰੰਗਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਜੋ ਤੂੰ ਰੰਗ ਰਚਾਏ ਨੇ ਇਸ ਸ੍ਰਿਸ਼ਟੀ ਦੇ ਵਿੱਚ। ਗੁਣ ਨਿਧਾਨ ਸੁਖ ਦਾਤੇ, ਇਹਨਾਂ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਗੁਣ ਨਿਧਾਨ ਤੋਂ ਭਾਵ ਗੁਣਾਂ ਦੇ ਖਜ਼ਾਨੇ, ਸੁਖ ਦਾਤੇ ਤੋਂ ਭਾਵ ਸੁੱਖਾਂ ਦੀ ਦਾਤ ਬਖਸ਼ਣ ਵਾਲੇ। ਅਗਲੀ ਪੰਕਤੀ ਦੇ ਵਿੱਚ ਵੀ ਅਗਮ ਅਗੋਚਰ ਪ੍ਰਭ ਅਵਿਨਾਸੀ, ਇਹਨਾਂ ਚਾਰਾਂ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਅਗਮ ਤੋਂ ਭਾਵ ਅਪਹੁੰਚ ਤੇ ਅਗੋਚਰ ਤੋਂ ਭਾਵ ਜਿਸ ਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਨਹੀਂ ਪਹੁੰਚ ਸਕਦੀਆਂ। ਅਵਿਨਾਸੀ ਤੋਂ ਭਾਵ ਜੋ ਕਦੇ ਨਾਸ ਨਹੀਂ ਹੁੰਦਾ। ਸੋ ਗੁਣ ਨਿਧਾਨ ਸੁਖ ਦਾਤੇ, ਅਗਮ ਅਗੋਚਰ ਪ੍ਰਭ ਅਵਿਨਾਸੀ, ਇਹਨਾਂ ਸਾਰੇ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਵਰਨ ਨਾ ਸਾਕੋ ਤੁਮਰੇ ਰੰਗਾ, ਕਿ ਤੇਰੇ ਰੰਗਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਤੇ ਪੂਰੇ ਗੁਰ ਤੇ ਜਾਤੇ, ਕਿ ਤੈਨੂੰ ਸਮਝਣ ਦੇ ਲਈ ਪੂਰੇ ਗੁਰੂ ਕੋਲ ਜਾਣਾ ਪੈਂਦਾ ਹੈ। ਸੰਪੂਰਨ ਗੁਰੂ ਨੂੰ ਮਿਲ ਕੇ ਹੀ ਤੈਨੂੰ ਜਾਣਿਆ ਜਾ ਸਕਦਾ ਹੈ। ਭਰਮ ਭਉ ਕਾਟ ਕੀਏ ਨਿਹ ਕੇਵਲ, ਜਬ ਤੇ ਹਉਮੈ ਮਾਰੀ। ਬੜੀ ਹੀ ਮਹੱਤਵਪੂਰਨ ਪੰਕਤੀ ਹੈ ਕਿ ਜਦ ਦੀ ਮੈਂ ਹਉਮੈ ਮਾਰ ਲਈ ਹੈ, ਮੇਰੇ ਭਰਮ ਤੇ ਮੇਰੇ ਡਰ ਕੱਟੇ ਗਏ ਨੇ ਤੇ ਮੇਰਾ ਜੀਵਨ ਪਵਿੱਤਰ ਹੋ ਗਿਆ ਹੈ। ਜੋ ਡਰ ਹੈ ਉਹ ਵੀ ਸਾਡੀ ਮੈਂ ਨੂੰ ਹੀ ਹੁੰਦਾ ਹੈ। ਜਦੋਂ ਅਸੀਂ ਕਿਸੇ ਡਰ ਵਾਲੀ ਸਥਿਤੀ ਦੇ ਵਿੱਚ ਹੁੰਦੇ ਹਾਂ ਤਾਂ ਅਸੀਂ ਇਹੀ ਸੋਚਦੇ ਹਾਂ ਕਿ ਮੈਨੂੰ ਕੁਝ ਹੋ ਨਾ ਜਾਏ, ਤਾਂ ਉੱਥੇ ਖਤਰਾ ਸਾਡੀ ਮੈਂ ਨੂੰ ਹੁੰਦਾ ਹੈ। ਤੇ ਜਦੋਂ ਅਸੀਂ ਉਸ ਮੈਂ ਨੂੰ ਮਾਰ ਲੈਂਦੇ ਹਾਂ ਤਾਂ ਸਾਡੇ ਡਰ ਕੱਟੇ ਜਾਂਦੇ ਨੇ, ਡਰ ਖਤਮ ਹੋ ਜਾਂਦਾ ਹੈ। ਇੱਕ ਨਿਸ਼ਚਾ ਹੋ ਜਾਂਦਾ ਹੈ ਹਿਰਦੇ ਅੰਦਰ ਕਿ ਜੋ ਉਸ ਪਰਮਾਤਮਾ ਦੀ ਰਜ਼ਾ ਹੋਏਗੀ ਉਹੀ ਵਾਪਰੇਗਾ। ਮੈਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਮੇਰੀ ਕੋਈ ਹਸਤੀ ਹੀ ਨਹੀਂ। ਜਨਮ ਮਰਨ ਕੋ ਚੂਕੋ ਸਹਸਾ, ਸਾਧ ਸੰਗਤ ਦਰਸਾਰੀ। ਕਿ ਤੇਰੀ ਸਾਧ ਸੰਗਤ ਦੇ ਵਿੱਚ ਜੁੜ ਕੇ ਉਹਨਾਂ ਦੇ ਦਰਸ਼ਨਾਂ ਦੀ ਬਰਕਤ ਦੇ ਨਾਲ ਉਹਨਾਂ ਦਾ ਜਨਮ ਮਰਨ ਦਾ ਬੰਧਨ ਟੁੱਟ ਜਾਂਦਾ ਹੈ। ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜਿਨ੍ਹਾਂ ਮਨੁੱਖਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ ਹੈ। ਚਰਨ ਪਖਾਰ ਕਰੋ ਗੁਰ ਸੇਵਾ, ਬਾਰ ਜਾਓ ਲਖ ਬਰੀਆ। ਗੁਰੂ ਜੀ ਕਹਿੰਦੇ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਗੁਰੂ ਦੇ ਚਰਨਾਂ ਨੂੰ ਧੋਵਾਂ, ਗੁਰੂ ਦੇ ਚਰਨਾਂ ਨੂੰ ਧੋ ਕੇ ਉਸ ਦੀ ਸੇਵਾ ਕਰਾਂ। ਪਖਾਰ ਤੋਂ ਭਾਵ ਧੋਣਾ, ਤੇ ਮੈਂ ਉਸ ਗੁਰੂ ਦੇ ਉੱਤੋਂ ਲੱਖ ਵਾਰੀ ਵਾਰਿਆ ਜਾਵਾਂ।
ਜਿਹ ਪ੍ਰਸਾਦ ਇਹ ਭੌਜਲ ਤਰਿਆ, ਜਨ ਨਾਨਕ ਪ੍ਰਿਯ ਸੰਗ ਮਿਰਿਆ। ਕਿ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਿਆ ਹਾਂ, ਮੈਂ ਆਪਣੇ ਪ੍ਰੀਤਮ ਪਰਮਾਤਮਾ ਦੇ ਨਾਲ ਜੁੜ ਸਕਿਆ ਹਾਂ। ਮਿਰਿਆ ਤੋਂ ਭਾਵ ਮਿਲਣਾ। ਮੈਂ ਉਸ ਗੁਰੂ ਤੋਂ ਲੱਖ ਵਾਰੀ ਕੁਰਬਾਨ ਜਾਂਦਾ ਹਾਂ, ਉਹਦੇ ਚਰਨ ਧੋ ਕੇ ਉਹਦੀ ਸੇਵਾ ਕਰਨਾ ਚਾਹੁੰਦਾ ਹਾਂ। ਗੌੜੀ ਮਹਿਲਾ ਪੰਜਵਾਂ। ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਰਹਾਓ। ਕਿ ਤੇਰੇ ਤੋਂ ਬਿਨਾ ਤੈਨੂੰ ਕੌਣ ਰਿਝਾ ਸਕਦਾ ਹੈ, ਤੈਨੂੰ ਕੌਣ ਮੋਹ ਸਕਦਾ ਹੈ, ਤੈਨੂੰ ਕੌਣ ਖੁਸ਼ ਕਰ ਸਕਦਾ ਹੈ। ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਕਿ ਤੇਰਾ ਰੂਪ ਦੇਖ ਕੇ ਸਾਰੀ ਹੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ, ਮੋਹੀ ਜਾਂਦੀ ਹੈ। ਸੁਰਗ ਪਿਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੈ ਉਹੀ। ਸਵਰਗਾਂ ਦੇ ਵਿੱਚ ਪਿਆਲ ਤੋਂ ਭਾਵ ਪਾਤਾਲ ਤੇ ਮਿਰਤ ਤੋਂ ਭਾਵ ਮਾਤ ਲੋਕ, ਭਾਵ ਕਿ ਸਵਰਗ, ਪਾਤਾਲ ਅਤੇ ਧਰਤੀ ਤੇ ਨਾਲ ਦੀ ਨਾਲ ਭੂ ਮੰਡਲ, ਸਾਰਾ ਹੀ ਬ੍ਰਹਿਮੰਡ, ਸਭ ਦੇ ਵਿੱਚ ਇੱਕ ਪਰਮਾਤਮਾ ਹੀ ਸਮਾਇਆ ਹੋਇਆ ਹੈ। ਸਰਬ ਸਮਾਨੋ ਏਕੈ ਉਹੀ। ਸਿਵ ਸਿਵ ਕਰਤ ਸਗਲ ਕਰ ਜੋਰੈ, ਸਰਬ ਮਾਇਆ ਠਾਕੁਰ ਤੇਰੀ ਦੋਹੀ। ਸਾਰੀ ਲੋਕਾਈ ਸ਼ਿਵ ਸ਼ਿਵ ਕਰਦੀ ਹੋਈ ਤੇਰੇ ਅੱਗੇ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦੀ ਹੈ, ਸੁੱਖਾਂ ਦੀ ਦਾਤ ਮੰਗਦੀ ਹੈ। ਸਰਬ ਮਾਇਆ ਸ਼ਬਦ ਜੋ ਹਨ ਪਰਮਾਤਮਾ ਨੂੰ ਸੰਬੋਧਨ ਕਰਨ ਦੇ ਲਈ ਵਰਤੇ ਗਏ ਹਨ, ਤੇ ਇਹਨਾਂ ਦਾ ਅਰਥ ਹੈ ਸਾਰਿਆਂ ਦੇ ਉੱਪਰ ਦਇਆ ਕਰਨ ਵਾਲਾ। ਕਿ ਹੇ ਸਭ ਦੇ ਉੱਪਰ ਦਇਆ ਕਰਨ ਵਾਲੇ ਪਰਮਾਤਮਾ, ਸਾਰੀ ਲੋਕਾਈ ਤੇਰੇ ਅੱਗੇ ਦੋਵੇਂ ਹੱਥ ਜੋੜ ਕੇ ਸੁੱਖਾਂ ਦੀ ਦਾਤ ਮੰਗਦੀ ਹੈ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸੀਤ ਲੋਹੀ। ਕਿ ਹੇ ਠਾਕੁਰ, ਹੇ ਮਾਲਕ, ਤੇਰਾ ਨਾਮ ਪਤਿਤ ਪਾਵਨ ਹੈ। ਪਤਿਤ ਤੋਂ ਭਾਵ ਜਿਹੜੇ ਵਿਕਾਰਾਂ ਦੇ ਵਿੱਚ ਪਲੀਤ ਹੋਏ ਹਨ, ਤੇ ਪਾਵਨ ਤੋਂ ਭਾਵ ਪਵਿੱਤਰ। ਕਿ ਤੂੰ ਵਿਕਾਰਾਂ ਦੇ ਵਿੱਚ ਡਿੱਗਿਆਂ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ। ਤੇਰਾ ਨਾਮ ਵਿਕਾਰਾਂ ਦੇ ਵਿੱਚ ਪਲੀਤ ਹੋਏ ਮਨੁੱਖਾਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਤੇਰਾ ਨਾਮ ਸੁੱਖਾਂ ਦਾ ਦਾਤਾ ਹੈ, ਪਵਿੱਤਰ ਹੈ ਤੇ ਠੰਡ ਵਰਤਾਉਣ ਵਾਲਾ ਹੈ। ਸੀਤ ਲੋਹੀ ਤੋਂ ਭਾਵ ਠੰਡ ਵਰਤਾਉਣ ਵਾਲਾ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸਿਓ ਗਾਲ ਗਲੋਹੀ। ਕਿ ਤੇਰੇ ਸੰਤਾਂ ਦੇ ਲਈ, ਤੇਰੇ ਸੇਵਕਾਂ ਦੇ ਲਈ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਹੀ ਗਿਆਨ ਚਰਚਾ ਹੈ, ਸਮਾਧੀ ਹੈ ਤੇ ਵਡਿਆਈ ਹੈ। ਸਮਾਧੀ ਦਾ, ਗਿਆਨ ਚਰਚਾ ਦਾ, ਵਡਿਆਈ ਦਾ, ਇਹਨਾਂ ਸਾਰਿਆਂ ਦਾ ਸੁੱਖ ਉਹਨਾਂ ਨੂੰ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਗੌੜੀ ਮਹਿਲਾ ਪੰਜਵਾਂ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। ਰਹਾਓ। ਹੇ ਮੇਰੇ ਪਿਆਰੇ ਪਰਮਾਤਮਾ, ਮੈਨੂੰ ਮਿਲ, ਮੇਰੀ ਤੇਰੇ ਅੱਗੇ ਇਹ ਅਰਜ਼ੋਈ ਹੈ। ਪ੍ਰਭ ਕੀਆ ਤੁਮਾਰਾ ਥੀਆ। ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਵਰਤ ਰਿਹਾ ਹੈ, ਜੋ ਕੁਝ ਵੀ ਵਾਪਰ ਰਿਹਾ ਹੈ, ਸਭ ਤੇਰਾ ਹੀ ਕੀਤਾ ਵਾਪਰ ਰਿਹਾ ਹੈ, ਤੇਰੀ ਰਜ਼ਾ ਦੇ ਵਿੱਚ ਹੀ ਵਾਪਰ ਰਿਹਾ ਹੈ। ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਕਿ ਇਹ ਜੀਵ ਅਨੇਕਾਂ ਜਨਮਾਂ ਦੇ ਵਿੱਚ ਭਟਕਦਾ ਫਿਰਦਾ ਰਹਿੰਦਾ ਹੈ ਤੇ ਮੁੜ ਮੁੜ ਦੁੱਖ ਸਹਾਰਦਾ ਰਹਿੰਦਾ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਤੇ ਤੇਰੀ ਕਿਰਪਾ ਦੇ ਨਾਲ ਹੁਣ ਇਸ ਜੀਵ ਨੇ ਮਨੁੱਖਾ ਸਰੀਰ ਹਾਸਲ ਕੀਤਾ ਹੈ। ਇਸ ਮਨੁੱਖੇ ਸਰੀਰ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਆਪਣਾ ਦਰਸ਼ਨ ਦੇ, ਹੇ ਹਰ ਰਾਇਆ, ਹੇ ਪਰਮਾਤਮਾ। ਸੋਈ ਹੋਆ ਜੋ ਤਿਸ ਭਾਣਾ, ਅਵਰ ਨਾ ਕਿਨਹੀ ਕੀਤਾ। ਜੋ ਤੈਨੂੰ ਭਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਸ ਸ੍ਰਿਸ਼ਟੀ ਦੇ ਵਿੱਚ ਉਹੀ ਵਾਪਰਦਾ ਹੈ। ਅਵਰ ਨਾ ਕਿਨਹੀ ਕੀਤਾ, ਹੋਰ ਕੋਈ ਕੁਝ ਨਹੀਂ ਕਰ ਸਕਦਾ। ਤੇਰੀ ਰਜ਼ਾ ਤੋਂ ਬਿਨਾਂ ਕੋਈ
ਕੁਝ ਵੀ ਨਹੀਂ ਕਰ ਸਕਦਾ। ਤੁਮਰੈ ਭਾਣੈ ਭਰਮ ਮੋਹ ਮੋਇਆ, ਜਾਗਤ ਨਾਹੀ ਸੂਤਾ। ਕਈ ਵਾਰ ਸਾਡੇ ਮਨਾਂ ਦੇ ਵਿੱਚ ਸਵਾਲ ਉੱਠਦੇ ਨੇ ਕਿ ਜੋ ਮਨੁੱਖ ਗਲਤ ਕੰਮ ਕਰਦੇ ਨੇ ਤਾਂ ਉਹਦੇ ਵਿੱਚ ਪਰਮਾਤਮਾ ਦੀ ਰਜ਼ਾ ਕਿਵੇਂ ਹੋ ਸਕਦੀ ਹੈ। ਇਸ ਕਿਵੇਂ ਦਾ ਜਾਂ ਕਿਉਂ ਦਾ ਉੱਤਰ ਸਾਨੂੰ ਨਹੀਂ ਪਤਾ, ਕਿਉਂਕਿ ਇਹ ਭੇਤ ਉਹ ਪਰਮਾਤਮਾ ਹੀ ਜਾਣਦਾ ਹੈ। ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸਿਆ ਹੈ ਉਹ ਇਹੀ ਹੈ ਕਿ ਜਿਹੜਾ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਵੀ ਲੱਗਿਆ ਹੋਇਆ ਹੈ, ਤੁਮਰੈ ਭਾਣੈ ਭਰਮ ਮੋਹ ਮੋਇਆ, ਕਿ ਜਿਸ ਨੂੰ ਮਾਇਆ ਨੇ ਮੋਹਿਆ ਹੋਇਆ ਹੈ ਉਹ ਵੀ ਤੇਰੇ ਭਾਣੇ ਦੇ ਵਿੱਚ ਹੀ ਹੈ। ਜਾਗਤ ਨਾਹੀ ਸੂਤਾ, ਤੇ ਉਹ ਮਾਇਆ ਦੇ ਮੋਹ ਦੀ ਨੀਂਦ ਦੇ ਵਿੱਚ ਹੀ ਸੁੱਤਾ ਰਹਿੰਦਾ ਹੈ, ਉਹਦੇ 'ਚੋਂ ਕਦੇ ਸੁਚੇਤ ਨਹੀਂ ਹੁੰਦਾ ਜਦ ਤੱਕ ਤੂੰ ਨਹੀਂ ਚਾਹੁੰਦਾ ਕਿ ਉਹ ਸੁਚੇਤ ਹੋਵੇ। ਸੋ ਸਿਰਫ ਚੰਗੇ ਕਾਰਜ ਕਰਨ ਵਾਲੇ ਮਨੁੱਖ ਹੀ ਨਹੀਂ, ਹਰ ਪ੍ਰਕਾਰ ਦਾ ਕਾਰਜ ਕਰਨ ਵਾਲਾ ਮਨੁੱਖ ਤੇ ਹਰ ਕੋਈ ਹੋਰ ਜੀਵ ਵੀ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਕੰਮ ਕਰਦਾ ਹੈ, ਉਹਦੀ ਰਜ਼ਾ ਅਨੁਸਾਰ ਹੀ ਚੱਲਦਾ ਹੈ। ਇਹ ਸੁੱਖ ਅਤੇ ਦੁੱਖ, ਚੰਗਾ ਤੇ ਮਾੜਾ ਉਸ ਪਰਮਾਤਮਾ ਨੇ ਕਿਉਂ ਸਿਰਜਿਆ ਹੈ, ਇਹਦਾ ਭੇਤ ਉਹ ਖੁਦ ਹੀ ਜਾਣਦਾ ਹੈ। ਅਸੀਂ ਇਸ ਭੇਤ ਨੂੰ ਬੁੱਝ ਨਹੀਂ ਸਕਦੇ। ਬਿਨੋ ਸੁਨੋ ਤੁਮ ਪ੍ਰਾਨਪਤ ਪਿਆਰੇ, ਕਿਰਪਾ ਨਿਧ ਦਇਆਲਾ, ਰੱਖ ਲਿਹੋ ਪਿਤਾ ਪ੍ਰਭ ਮੇਰੇ, ਅਨਾਥੈ ਕਰ ਪ੍ਰਤਪਾਲਾ। ਇਹਨਾਂ ਪੰਕਤੀਆਂ ਦੇ ਵਿੱਚ ਕਈ ਸਾਰੇ ਸ਼ਬਦਾਂ ਦੇ ਨਾਲ ਸਿਰਫ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ, ਜਿਵੇਂ ਕਿ ਪ੍ਰਾਨਪਤ ਪਿਆਰੇ, ਕਿਰਪਾ ਨਿਧ ਦਇਆਲਾ, ਪਿਤਾ ਪ੍ਰਭ ਪ੍ਰਤਪਾਲਾ। ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਬਿਨੋ ਸੁਣੋ, ਕਿ ਮੇਰੀ ਬੇਨਤੀ ਸੁਣੋ। ਹੇ ਮੇਰੇ ਪਿਤਾ ਪ੍ਰਭੂ, ਇਸ ਅਨਾਥ ਨੂੰ ਕਿਰਪਾ ਕਰਕੇ ਰਾਖ ਲਿਹੋ, ਵਿਕਾਰਾਂ ਵੱਲੋਂ ਬਚਾ ਲੈ, ਕਿ ਇਸ ਅਨਾਥ ਜੀਵ ਦੇ ਉੱਪਰ ਕਿਰਪਾ ਕਰ ਤੇ ਇਹਨੂੰ ਵਿਕਾਰਾਂ ਦੇ ਵੱਲੋਂ ਬਚਾ ਲੈ। ਅਨਾਥ ਕਿਉਂ? ਕਿਉਂਕਿ ਤੇਰੇ ਤੋਂ ਬਿਨਾਂ ਇਹਦਾ ਹੋਰ ਕੋਈ ਸਹਾਰਾ ਨਹੀਂ। ਜਿਸਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੈ, ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬਾਛੈ। ਜਿਸ ਮਨੁੱਖ ਨੂੰ ਵੀ ਤੂੰ ਆਪਣਾ ਦਰਸ਼ਨ ਦਿੱਤਾ ਹੈ, ਜਿਸਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੈ, ਉਹਨੂੰ ਸਾਧ ਸੰਗਤ ਦੇ ਵਿੱਚ ਜੋੜ ਕੇ ਹੀ ਆਪਣਾ ਦਰਸ਼ਨ ਦਿੱਤਾ ਹੈ। ਨਾਨਕ ਵੀ ਤੇਰੇ ਅੱਗੇ ਇਹ ਅਰਦਾਸ ਕਰਦਾ ਹੈ, ਇਹੀ ਸੁੱਖ ਮੰਗਦਾ ਹੈ ਕਿ ਉਹਨੂੰ ਵੀ ਆਪਣੇ ਸੰਤਾਂ ਦੇ, ਆਪਣੇ ਸੇਵਕਾਂ ਦੇ ਚਰਨਾਂ ਦੀ ਧੂੜ ਬਖਸ਼ ਦੇ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬਾਛੈ। ਗੌੜੀ ਮਹਿਲਾ ਪੰਜਵਾਂ। ਹਉ ਤਾਕੈ ਬਲਿਹਾਰੀ, ਜਾ ਕੈ ਕੇਵਲ ਨਾਮ ਆਧਾਰੀ, ਰਹਾਓ, ਕਿ ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦੇ ਲਈ ਸਿਰਫ ਉਸ ਪਰਮਾਤਮਾ ਦਾ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ। ਮਹਿਮਾ ਤਾਕੀ ਕੇਤਕ ਗਣੀਐ, ਜਨ ਪਾਰ ਬ੍ਰਹਮ ਰੰਗ ਰਾਤੇ। ਜਿਹੜੇ ਜਨ, ਜਿਹੜੇ ਜੀਵ, ਜਿਹੜੇ ਪਰਮਾਤਮਾ ਦੇ ਸੇਵਕ ਉਸ ਪਾਰ ਬ੍ਰਹਮ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦੀ ਮਹਿਮਾ ਕਿਵੇਂ ਗਾਈ ਜਾ ਸਕਦੀ ਹੈ? ਭਾਵ ਕਿ ਉਹਨਾਂ ਦੀ ਆਤਮਿਕ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਦੇ ਰਾਹੀਂ ਉਹਨਾਂ ਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਸੂਖ ਸਹਿਜ ਆਨੰਦ ਤਿਨਾ ਸੰਗ, ਉਨ ਸੰਸਰ ਅਵਰ ਨਾ ਦਾਤੇ। ਕਿ ਉਹਨਾਂ ਵਰਗੇ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ। ਸੰਸਰ ਤੋਂ ਭਾਵ ਬਰਾਬਰ ਦੇ। ਉਨ ਸੰਸਰ ਅਵਰ ਨਾ ਦਾਤੇ, ਕਿ ਉਹਨਾਂ ਦੇ ਬਰਾਬਰ ਹੋਰ ਕੋਈ ਦਾਨੀ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਰਿਹਾ ਸੁੱਖ ਵੀ ਮਿਲਦਾ ਹੈ, ਸਹਿਜ ਵੀ ਮਿਲਦਾ ਹੈ ਤੇ ਆਨੰਦ ਵੀ ਮਿਲਦਾ ਹੈ। ਹੋਰ ਜੋ ਦਾਨੀ ਸੱਜਣ ਨੇ ਉਹ ਬਹੁਤ ਪ੍ਰਕਾਰ ਦੇ ਦਾਨ ਕਰ ਸਕਦੇ ਨੇ। ਜ਼ਿਆਦਾਤਰ ਦਾਨ ਜੋ ਹੁੰਦਾ ਹੈ ਉਹ ਮਾਇਕ ਪਦਾਰਥਾਂ ਦਾ ਹੀ ਹੁੰਦਾ ਹੈ। ਉਸ ਦਾਨ ਦੀ ਮਦਦ ਦੇ ਨਾਲ ਕੋਈ ਵੀ ਇਨਸਾਨ ਆਪਣੇ ਜੀਵਨ ਦੇ ਵਿੱਚ ਸੁੱਖ ਦੇਣ ਵਾਲੀਆਂ ਵਸਤੂਆਂ ਤਾਂ ਖਰੀਦ ਸਕਦਾ ਹੈ, ਪਰ ਅਸਲੀ ਸੁੱਖ ਜੋ ਹੈ ਉਹ ਉਹਨਾਂ ਵਸਤੂਆਂ ਤੋਂ ਮਾਣ ਨਹੀਂ ਸਕਦਾ।
ਸਾਡੇ ਜੀਵਨਾਂ ਦੇ ਵਿੱਚ ਸੁੱਖ ਵਾਲੀਆਂ, ਸੁੱਖ ਦੇਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਹਨ, ਪਰ ਕੀ ਅਸੀਂ ਫਿਰ ਵੀ ਉਹਨਾਂ ਸਭ ਦੇ ਹੁੰਦੇ ਹੋਏ ਵੀ ਕੀ ਅਸੀਂ ਸਥਿਰ ਹਾਂ, ਕੀ ਅਸੀਂ ਸ਼ਾਂਤ ਹਾਂ, ਕੀ ਅਸੀਂ ਸਦਾ ਆਨੰਦਿਤ ਰਹਿੰਦੇ ਹਾਂ? ਜੇ ਨਹੀਂ ਰਹਿੰਦੇ ਤਾਂ ਗੁਰੂ ਜੀ ਦੀ ਇਹ ਗੱਲ ਬਿਲਕੁਲ ਸੱਚੀ ਹੈ ਕਿ ਹੋਰ ਪ੍ਰਕਾਰ ਦੇ ਦਾਨ ਕਰਕੇ ਅਸੀਂ ਕਿਸੇ ਨੂੰ ਸੁੱਖ ਪ੍ਰਦਾਨ ਕਰਨ ਵਾਲੀ ਵਸਤੂ ਤਾਂ ਦੇ ਸਕਦੇ ਹਾਂ, ਪਰ ਸੁੱਖ ਨਹੀਂ ਦੇ ਸਕਦੇ। ਤੇ ਵਸਤੂਆਂ ਤੋਂ ਮਿਲਣ ਵਾਲਾ ਸੁੱਖ ਅਸਥਾਈ ਹੁੰਦਾ ਹੈ, ਸਥਾਈ ਨਹੀਂ ਹੁੰਦਾ। ਪਰ ਜਿਹੜਾ ਸਾਧ ਸੰਗਤ ਦੇ ਵਿੱਚ ਜਾ ਕੇ ਸੁੱਖ ਮਿਲਦਾ ਹੈ ਉਹ ਸਥਾਈ ਹੁੰਦਾ ਹੈ, ਉਹ ਆਨੰਦ ਸਦਾ ਬਣਿਆ ਰਹਿੰਦਾ ਹੈ। ਜਗਤ ਉਦਾਹਰਨ ਸੇਈ ਆਏ ਜੋ ਜਨ ਦਰਸ ਪਿਆਸਾ। ਜਿਹੜੇ ਜਨਾਂ ਨੂੰ, ਜਿਹੜੇ ਸੇਵਕਾਂ ਨੂੰ ਸਿਰਫ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ, ਉਹਨੂੰ ਮਿਲਣ ਦੀ ਪਿਆਸ ਹੈ, ਉਹਨਾਂ ਨੂੰ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਇਸ ਜਗਤ ਦਾ ਉਧਾਰ ਕਰਨ ਦੇ ਲਈ ਆਏ ਹਨ। ਕਿਉਂਕਿ ਸੰਤ ਜਨ ਇਸ ਦੁਨੀਆ 'ਤੇ ਬਹੁਤ ਹੁੰਦੇ ਨੇ, ਪਰ ਉਹਨਾਂ 'ਚੋਂ ਸਾਰੇ ਦੇ ਸਾਰੇ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਨਹੀਂ ਰੱਖਦੇ। ਉਹਨਾਂ ਦੇ ਅੰਦਰ ਬਹੁਤ ਸਾਰੀਆਂ ਦੁਨਿਆਵੀ ਲਾਲਸਾਵਾਂ ਵੀ ਵਸੀਆਂ ਹੁੰਦੀਆਂ ਨੇ। ਤਾਂ ਜਦ ਤੱਕ ਉਹ ਦੁਨਿਆਵੀ ਲਾਲਸਾਵਾਂ ਵਸੀਆਂ ਨੇ, ਉਦੋਂ ਤੱਕ ਉਹਨਾਂ ਨੂੰ ਅਸੀਂ ਜਗਤ ਦਾ ਉਧਾਰ ਕਰਨ ਵਾਲੇ ਨਹੀਂ ਸਮਝ ਸਕਦੇ। ਜਗਤ ਦਾ ਉਧਾਰ ਕਰਨ ਵਾਲੇ ਸੰਤ ਅਸੀਂ ਸਿਰਫ ਉਹਨਾਂ ਨੂੰ ਸਮਝ ਸਕਦੇ ਹਾਂ ਜਿਨ੍ਹਾਂ ਨੂੰ ਦੁਨਿਆਵੀ ਲਾਲਸਾਵਾਂ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਮਤਲਬ ਹੈ ਤਾਂ ਸਿਰਫ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣ ਤੱਕ। ਤੇ ਇਸੇ ਲਈ ਹੀ ਸਾਡੇ ਗੁਰੂਆਂ ਵਰਗਾ ਹੋਰ ਕੋਈ ਬਣ ਨਹੀਂ ਸਕਿਆ ਉਹਨਾਂ ਦੇ ਜਾਣ ਤੋਂ ਬਾਅਦ। ਉਨਕੀ ਸਰਨ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਜੋ ਮਨੁੱਖ ਅਜਿਹੇ ਸੰਤਾਂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ ਉਹ ਤਰ ਜਾਂਦਾ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹਦੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸੇ ਲਈ ਸਾਡੀ ਪ੍ਰੇਰਨਾ ਹੁੰਦੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ। ਸਾਡੇ ਗੁਰੂ ਸਾਹਿਬਾਨਾਂ ਤੋਂ ਬਾਅਦ ਜੇਕਰ ਕੋਈ ਸੰਤ ਜਨ, ਕੋਈ ਗੁਰੂ ਸਾਡੀ ਸਹਾਇਤਾ ਕਰ ਸਕਦਾ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੇ ਵਿੱਚ ਦਰਜ ਬਾਣੀ ਸਾਡੇ ਜੀਵਨ ਦਾ ਆਧਾਰ ਬਣ ਸਕਦੀ ਹੈ। ਤਾਕੈ ਚਰਨ ਪਰੋ ਤਾ ਜੀਵਾ, ਜਨ ਕੈ ਸੰਗ ਨਿਹਾਲਾ। ਕਿ ਜੇਕਰ ਮੈਂ ਅਜਿਹੇ ਸਾਧੂਆਂ ਦੇ, ਅਜਿਹੇ ਸੰਤਾਂ ਦੇ ਚਰਨੀ ਪੈਂਦਾ ਹਾਂ ਤਾਂ ਹੀ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਇਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਮੈਂ ਨਿਹਾਲ ਹੋਇਆ ਰਹਿੰਦਾ ਹਾਂ, ਮੇਰਾ ਮਨ ਖਿੜਿਆ ਰਹਿੰਦਾ ਹੈ। ਭਗਤਨ ਕੀ ਰੇਣ ਹੋਏ ਮਨ ਮੇਰਾ, ਹੋ ਪ੍ਰਭ ਕਿਰਪਾਲਾ। ਕਿ ਜੇਕਰ ਪ੍ਰਮਾਤਮਾ ਮੇਰੇ 'ਤੇ ਕਿਰਪਾਲੂ ਹੋਵੇ, ਮੇਰੇ 'ਤੇ ਕਿਰਪਾ ਕਰੇ, ਤਾਂ ਮੈਂ ਚਾਹੁੰਦਾ ਹਾਂ ਕਿ ਮੇਰਾ ਮਨ ਅਜਿਹੇ ਭਗਤਾਂ ਦੇ ਚਰਨਾਂ ਦੀ ਧੂੜ ਬਣ ਜਾਵੇ। ਰਾਜ ਜੋਬਨ ਅਵਧ ਜੋ ਦੀਸੈ, ਸਭ ਕਿਛ ਜੁਗ ਮਾਹੇ ਘਾਟਿਆ। ਰਾਜ ਭਾਗ, ਜਵਾਨੀ, ਉਮਰ, ਇਹ ਸਭ ਕੁਝ ਜੋ ਜਗਤ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਪਲ ਪਲ ਘਟ ਰਿਹਾ ਹੈ। ਹਰ ਚੀਜ਼ ਦੀ ਆਪਣੀ ਇੱਕ ਮਿਆਦ ਹੁੰਦੀ ਹੈ ਤੇ ਉਹ ਮਿਆਦ ਹਰ ਪਲ ਘਟਦੀ ਜਾਂਦੀ ਹੈ। ਨਾਮ ਨਿਧਾਨ ਸਭ ਨਵਤਨ ਨਿਰਮਲ, ਇਹ ਨਾਨਕ ਹਰ ਧਨ ਖਾਟਿਆ। ਕਿ ਜੋ ਪਰਮਾਤਮਾ ਦਾ ਨਾਮ ਹੈ ਉਹੀ ਇੱਕੋ ਇੱਕ ਅਜਿਹੀ ਸ਼ੈ ਹੈ ਜੋ ਸਦਾ ਨਵੀਂ ਰਹਿੰਦੀ ਹੈ ਤੇ ਸਦਾ ਪਵਿੱਤਰ ਰਹਿੰਦੀ ਹੈ। ਤੇ ਨਾਨਕ ਨੇ ਇਹ ਹਰ ਧਨ ਹੀ ਖੱਟਿਆ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 207ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਪ੍ਰਮੁੱਖ ਤੌਰ 'ਤੇ ਸਾਨੂੰ ਉਸ ਪਰਮਾਤਮਾ ਦੀ ਸਿਫਤ ਸਲਾਹ ਪੜ੍ਹਨ ਨੂੰ ਮਿਲੀ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਗੱਲ ਦਾ ਨਿਸ਼ਚਾ ਕਰਵਾਇਆ ਗਿਆ ਹੈ ਕਿ ਇਸ ਜਗਤ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਰਤ ਰਿਹਾ ਹੈ। ਜੇਕਰ ਕੋਈ ਇਨਸਾਨ ਜਾਂ ਕੋਈ ਜੀਵ ਚੰਗਾ ਕਾਰਜ ਕਰ ਰਿਹਾ ਹੈ ਉਹ ਵੀ ਉਹਦੇ ਭਾਣੇ ਅੰਦਰ ਹੈ, ਤੇ ਜੇ ਕੋਈ ਮਾੜਾ ਕਾਰਜ ਕਰ ਰਿਹਾ ਹੈ ਤਾਂ ਉਹ ਵੀ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਹੈ। ਚੰਗਾ ਅਤੇ ਮਾੜਾ ਦੋਨੇ ਹੀ ਉਸ ਪਰਮਾਤਮਾ ਦੀਆਂ ਸਿਰਜਣਾਵਾਂ ਨੇ। ਇਸ ਗੱਲ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾਉਣ ਦੇ ਲਈ ਸਾਨੂੰ ਆਪਣੀ ਹਸਤੀ ਮਿਟਾਉਣੀ ਪੈਂਦੀ ਹੈ। ਆਪਣੇ ਹੰਕਾਰ ਨੂੰ, ਆਪਣੀ ਹਉਮੈ ਨੂੰ, ਆਪਣੀ ਮੈਂ ਨੂੰ ਖਤਮ ਕਰਨਾ ਪੈਂਦਾ ਹੈ। ਤੇ ਜੇਕਰ ਅਸੀਂ ਅਜਿਹਾ ਕਰਨ ਦੇ ਵਿੱਚ ਸਫਲ ਹੋ ਜਾਈਏ
ਤਾਂ ਕਿਸੇ ਵੀ ਪ੍ਰਕਾਰ ਦਾ ਦੁੱਖ ਜਾਂ ਸੁੱਖ ਸਾਨੂੰ ਮਹਿਸੂਸ ਨਹੀਂ ਹੁੰਦਾ। ਸਾਡਾ ਮਨ ਸਦਾ ਇੱਕ ਸਥਿਰਤਾ ਦੀ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਹੈ। ਆਓ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਮੱਤ ਬਖਸ਼ੇ ਕਿ ਅਸੀਂ ਇਹ ਅਵਸਥਾ ਹਾਸਲ ਕਰ ਸਕੀਏ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।